ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਮ ਕਹਿ ਲੋਚਨ ਤੇ ਜਲ ਡਾਰਾ, ਸਤਿਗੁਰ ਕੋ ਉਰ ਰੂਪ ਚਿਤਾਰਾ। ਸੰਗਤ ਤੇ ਸੁਨ ਕਰ ਅਰ ਦੇਖ, ਬੋਲੇ ਗੁਰ ਦੇ ਧੀਰ ਵਿਸ਼ੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸੋਧਾ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰਾਂ ਦੀ ਕਥਾ ਨਾਲ ਜੁੜੀਏ। ਮਹਾਰਾਜ ਨੂੰ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ ਕਿ ਆਪ ਦਿੱਲੀ ਆ ਕੇ ਦਰਸ਼ਨ ਦਿਓ। ਭਾਈ ਵਜ਼ੀਰ ਖਾਂ ਭਾਈ ਕਿੰਚ ਬੇਗ ਜੀ ਨੂੰ ਭੇਜਿਆ। ਇਹਨਾਂ ਗੁਰਮੁਖਾਂ ਦੀ ਬੇਨਤੀ 'ਤੇ ਸਤਿਗੁਰੂ ਦਿੱਲੀ ਜਾ ਪਹੁੰਚੇ ਹਨ ਔਰ ਮਜਨੂ ਦੇ ਟਿੱਲੇ 'ਤੇ ਸਤਿਗੁਰੂ ਜੀ ਨੇ ਪ੍ਰਣਾਮ ਕੀਤਾ ਜਮਨਾ ਦੇ ਕਿਨਾਰੇ 'ਤੇ। ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਦੇ ਆਉਣ ਦਾ। ਹੁਮ ਹੁਮਾ ਕੇ ਸਭ ਸੰਗਤਾਂ ਮਜਨੂ ਦੇ ਟਿੱਲੇ ਇਕੱਠੀਆਂ ਹੋ ਗਈਆਂ। ਗੁਰੂ ਸਾਹਿਬ ਦੀ ਫੌਜ ਤਾਂ ਨਾਲ ਹੈ ਹੀ ਸੀ। ਦਿੱਲੀ ਦੇ ਸੰਗਤਾਂ ਦੇ ਆਉਣ ਕਰਕੇ ਬੜਾ ਭਾਰੀ ਮੇਲਾ ਹੋ ਗਿਆ। ਇੰਨਾ ਇਕੱਠ ਹੋਇਆ, ਇੰਨੀ ਸੰਗਤ ਹੋਈ ਕਿ ਕੋਈ ਪਾਰਾਵਾਰ ਨਾ ਰਿਹਾ। ਦਿੱਲੀ ਦੀਆਂ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਾਕਾ ਪੁੱਛਦੀਆਂ ਨੇ। ਮਹਾਰਾਜ ਨੇ ਉਹਨਾਂ ਸਾਰਿਆਂ ਸਿੱਖਾਂ ਨੂੰ ਦੱਸਿਆ ਕਿ ਭਾਈ ਪਰਮੇਸ਼ਰ ਦੇ ਭਾਣੇ ਵਿੱਚ ਹੀ ਸਤਿਗੁਰੂ ਅਰਜਨ ਦੇਵ ਜੀ ਨੇ ਰਹਿ ਕੇ ਉਹ ਤਸੀਹੇ ਸਹੇ ਹਨ, ਸ਼ਹੀਦੀ ਪਾਈ ਹੈ, ਆਪਣੀ ਕਰਾਮਾਤ ਆਪਣੀ ਸ਼ਕਤੀ ਜ਼ਾਹਰ ਨਹੀਂ ਹੋਣ ਦਿੱਤੀ। ਭਾਣਾ ਕਿਵੇਂ ਮੰਨੀਦਾ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸਿਆ। ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ। ਹੁਣ ਉਹ ਸਮਾਂ ਆ ਗਿਆ ਜਦੋਂ ਗੁਰੂ ਸਾਹਿਬ ਜੀ ਦੇ ਕਾਤਲਾਂ ਨੂੰ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲੇਗੀ। ਉਹ ਬਚਨ ਮਹਾਰਾਜ ਸਾਹਿਬ ਜੀ ਸੰਗਤਾਂ ਨੂੰ ਦੇ ਕੇ ਧੀਰਜ ਦੇ ਰਹੇ ਨੇ। ਮਜਨੂ ਦੇ ਟਿੱਲੇ 'ਤੇ ਦਿੱਲੀ 'ਚ ਆਪਣੀ ਸੁਰਤੀ ਨੂੰ ਲੈ ਚੱਲੀਏ। 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਮ ਕਹਿ ਲੋਚਨ ਤੇ ਜਲ ਡਾਰਾ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਦੀਆਂ ਸੰਗਤਾਂ ਬੈਰਾਗ ਵਿੱਚ ਆ ਗਈਆਂ। ਨੇਤਰਾਂ ਵਿੱਚ ਹੰਝੂ ਆ ਗਏ ਸਿੱਖਾਂ ਦੇ। ਸਤਿਗੁਰ ਕੋ ਉਰ ਰੂਪ ਚਿਤਾਰਾ। ਧੰਨ ਗੁਰੂ ਅਰਜਨ ਦੇਵ ਜੀ ਦਾ ਪਰਉਪਕਾਰੀ ਸੁੰਦਰ ਸਰੂਪ ਚੇਤੇ ਕਰਦੀਆਂ ਦਿੱਲੀ ਦੀਆਂ ਸੰਗਤਾਂ। ਸੰਗਤ ਤੇ ਸੁਨ ਕਰ ਅਰ ਦੇਖ। ਸੰਗਤਾਂ ਦਾ ਇਹ ਹਾਲ ਵੇਖ ਕੇ, ਸੰਗਤਾਂ ਦੀ ਵਿਆਕੁਲਤਾ ਦੇਖ ਕੇ ਬੋਲੇ ਗੁਰ ਦੇ ਧੀਰ ਵਿਸ਼ੇਖ। ਮਹਾਰਾਜ 6ਵੇਂ ਪਾਤਸ਼ਾਹ ਜੀ ਸੰਗਤਾਂ ਨੂੰ ਧੀਰਜ ਦਿੰਦੇ ਹੋਏ ਬੋਲੇ ਹਨ। ਸਤਿਗੁਰ ਸਦਾ ਅਮਰ ਪਹਿਚਾਨ ਹੋ। ਭਾਈ ਸਿੱਖੋ, ਗੁਰੂ ਸਾਹਿਬ ਸਦਾ ਹੀ ਅਮਰ ਹਨ, ਹਾਜ਼ਰ ਨਾਜ਼ਰ ਹਨ। ਨਾ ਉਹ ਮਰਹਿ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਨਾ ਉਹ ਮਹਾਂਪੁਰਸ਼ ਮਰਦੇ ਨੇ ਨਾ ਜਾਂਦੇ ਨੇ, ਸਦਾ ਹੀ ਰਹਿੰਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਮਹਾਂਪੁਰਸ਼ ਬ੍ਰਹਮ ਗਿਆਨੀ ਸਨ ਗੁਰੂ ਅਰਜਨ ਦੇਵ ਪਰਮੇਸ਼ਰ ਦਾ ਰੂਪ। ਉਹਨਾਂ ਨੂੰ ਕੌਣ ਮਾਰ ਸਕਦਾ ਹੈ। ਅੰਗ ਸੰਗ ਨਿਜ ਸਿੱਖਨ ਜਾਨੋ। ਗੁਰੂ ਅਰਜਨ ਦੇਵ ਜੀ ਸਾਡੇ ਅੰਗ ਸੰਗ ਹਨ, ਹਰ ਸਿੱਖ ਦੇ ਨਾਲ ਹਨ। ਜਿਹੜਾ ਗੁਰੂ ਅਰਜਨ ਦੇਵ ਜੀ ਦਾ ਪ੍ਰੇਮੀ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਸੁਰਤੀ ਜੋੜਦਾ, ਉਹਨਾਂ ਦੀ ਬਾਣੀ ਪੜ੍ਹਦਾ, ਸੁਖਮਨੀ ਸਾਹਿਬ ਦਾ ਜਾਪ ਕਰਦਾ, ਮਹਾਰਾਜ ਅੰਗ ਸੰਗ ਰਹਿੰਦੇ ਹਨ। ਹਾਂਜੀ, ਦੋਨੋਂ ਲੋਕਨ ਬਿਖੈ ਸਹਾਏ। ਗੁਰੂ ਸਾਹਿਬ ਦੋਵਾਂ ਲੋਕਾਂ 'ਚ ਦੋਵਾਂ ਜਹਾਨਾਂ ਵਿੱਚ ਆਪਣੇ ਸਿੱਖਾਂ ਦੇ ਅੰਗ ਸੰਗ ਸਹਾਈ ਹਨ। ਹਾਂਜੀ, ਅਨੇਕ ਬਿਘਨ ਤੇ ਲੇਤ ਬਚਾਏ। ਔਰ ਸਤਿਗੁਰੂ ਆਪਣੇ ਸਿੱਖਾਂ ਨੂੰ ਬਿਘਨਾਂ ਤੋਂ ਬਚਾਉਂਦੇ, ਅਨੇਕਾਂ ਪ੍ਰਕਾਰ ਦੇ ਬਿਘਨਾਂ ਤੋਂ ਰੱਖਿਆ ਕਰਦੇ ਹਨ। ਕਰਨੋ ਹੋਤੋ ਸੋ ਕਾਰਨ ਤੈਸੇ। ਇਹ ਤਾਂ ਉਹਨਾਂ ਨੇ ਇੱਦਾਂ ਹੀ ਕਰਨਾ ਸੀ, ਉਹਨਾਂ ਦੀ ਮਰਜ਼ੀ ਸੀ।
ਸ਼ਹੀਦੀ ਪਾਣੀ ਸੀ ਪਾਪੀਆਂ ਦੇ ਰਾਜ ਦੀਆਂ ਜੜ੍ਹਾਂ ਪੁੱਟਣ ਵਾਸਤੇ। ਇਹ ਮਹਾਰਾਜ ਨੇ ਆਪਣਾ ਸੀਸ ਦਿੱਤਾ ਹੈ ਪੰਜਵੇਂ ਪਾਤਸ਼ਾਹ ਨੇ। ਹਾਂਜੀ, ਗੁਰ ਸੋ ਛੰਦ ਪਰੰਤੰਤਰ ਨਾ ਕੈਸੇ। ਗੁਰੂ ਸਾਹਿਬ ਆਜ਼ਾਦ ਹਨ, ਆਪਣੀ ਮਰਜ਼ੀ ਦੇ ਮਾਲਕ ਹਨ। ਉਹਨਾਂ ਨੂੰ ਨਾ ਕੋਈ ਕੈਦ ਕਰ ਸਕਦਾ, ਨਾ ਉਹਨਾਂ ਨੂੰ ਕੋਈ ਤੱਤੀ ਤਵੀ ਤੇ ਬਹਾ ਸਕਦਾ, ਨਾ ਉਹਨਾਂ ਦਾ ਕੋਈ ਨਿਰਾਦਰ ਕਰ ਸਕਦਾ। ਉਹ ਤਾਂ ਆਪ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹਨ, ਉਹਨਾਂ ਨੂੰ ਨਹੀਂ ਕੋਈ ਮਾਰ ਸਕਦਾ। ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਇਹ ਲੀਲਾ ਰਚਾਈ ਸੀ। ਹਾਂਜੀ, ਜਹਾਂ ਅਰਾਧ ਹੈ ਤਹ ਮੌਜੂਦ। ਜਿੱਥੇ ਯਾਦ ਕਰੀਏ ਗੁਰੂ ਅਰਜਨ ਦੇਵ ਜੀ ਉੱਥੇ ਹੀ ਹਾਜ਼ਰ। ਜਿੱਥੇ ਹਰ ਪ੍ਰਭ ਆਰਾਧੀ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਜਿੱਥੇ ਮਹਾਰਾਜ ਨੂੰ ਯਾਦ ਕਰੀਏ ਉੱਥੇ ਹੀ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਦੇ ਅੰਗ ਸੰਗ ਹਨ। ਦਾਸਨ ਕੇ ਪੂਰਤ ਸੁਖ ਦੂਤ। ਮਹਾਰਾਜ ਆਪਣੇ ਸਿੱਖਾਂ ਦੇ ਕਾਰਜ ਪੂਰੇ ਕਰਨ ਵਾਲੇ, ਸੁਖ ਦੇਣ ਵਾਲੇ ਸਤਿਗੁਰੂ ਹਨ। ਤਿਨ ਹਿਤ ਚਿੰਤ ਨਾ ਕਰੀਐ ਕੋਏ। ਉਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਭਾਈ ਸਿੱਖੋ। ਉਹਨਾਂ ਨੂੰ ਇਹ ਨਾ ਸੋਚੋ ਵੀ ਉਹਨਾਂ ਨੂੰ ਕਿਸੇ ਨੇ ਸ਼ਹੀਦ ਕਰ ਦਿੱਤਾ, ਕਿਸੇ ਨੇ ਮਾਰ ਦਿੱਤਾ। ਉਹਨਾਂ ਨੂੰ ਕੌਣ ਮਾਰ ਸਕਦਾ? ਇਹ ਤਾਂ ਪਾਪੀਆਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਉਹਨਾਂ ਨੇ ਆਪ ਹੀ ਵਿਧ ਬਣਾਈ ਹੈ ਸਾਰੀ। ਹਾਂਜੀ, ਸਿਮਰੋ ਅੰਤ ਸਹਾਇਕ ਹੋਏ। ਯਾਦ ਕਰੋ ਗੁਰੂ ਸਾਹਿਬ ਨੂੰ, ਸਿਮਰਨ ਕਰੋ ਗੁਰੂ ਸਾਹਿਬ ਦਾ। ਗੁਰੂ ਸਾਹਿਬ ਅੰਤ ਨੂੰ ਸਹਾਈ ਹੋਣਗੇ। ਹਾਂਜੀ, ਕਹਿਤ ਸੁਨਤ ਰਵ ਅਸਤਿਓ ਜਾਏ। ਇਸ ਤਰ੍ਹਾਂ ਸਾਧ ਸੰਗਤ ਜੀ ਦਿੱਲੀ ਦੀਆਂ ਸੰਗਤਾਂ ਨਾਲ ਛੇਵੇਂ ਪਾਤਸ਼ਾਹ ਬਚਨ ਬਿਲਾਸ ਕਰਦੇ। ਸੂਰਜ ਅਸਤ ਹੋ ਗਿਆ, ਛਿਪ ਗਿਆ ਹੈ। ਸੋਦਰ ਚੌਂਕੀ ਭੋਗ ਸੋ ਪਾਏ। ਸਿੱਖਾਂ ਨੇ ਸੋਦਰ ਦੀ ਚੌਂਕੀ ਲਾਈ ਹੈ, ਰਬਾਬੀਆਂ ਨੇ, ਤੇ ਕੀਰਤਨ ਹੋਇਆ ਤੇ ਸੋਦਰ ਦਾ ਪਾਠ ਸੁਣਿਆ। ਕਰ ਕਰ ਬੰਧਨ ਸਭ ਘਰ ਗਏ। ਫਿਰ ਮੱਥਾ ਟੇਕ ਕੇ ਸਾਰੀ ਸੰਗਤ ਆਪਣੇ ਆਪਣੇ ਘਰਾਂ ਨੂੰ ਚਲੀ ਗਈ ਰਾਤ ਨੂੰ। ਸੁੰਦਰ ਰੂਪ ਸਰਾਹਤ ਭਏ। ਮਹਾਰਾਜ ਛੇਵੇਂ ਪਾਤਸ਼ਾਹ ਦਾ ਬੜਾ ਹੀ ਮਨਮੋਹਣਾ ਸੁੰਦਰ ਸਰੂਪ ਸੰਗਤਾਂ ਨੇ ਅੱਜ ਵੇਖਿਆ। ਹਰ ਕੋਈ ਦਰਸ਼ਨ ਕਰਕੇ ਨਿਹਾਲ ਹੋਇਆ। ਕਹਿੰਦੇ ਨੇ ਸਤਿਗੁਰੂ ਬਹੁਤ ਹੀ ਸੁੰਦਰ ਹਨ, ਸਤਿਗੁਰੂ ਬਹੁਤ ਹੀ ਦਿਆਲੂ ਹਨ, ਚੰਗਾ ਸੁਭਾਅ ਹੈ ਸਾਡੇ ਸਤਿਗੁਰਾਂ ਦਾ। ਇਨਕੋ ਤੇਜ ਪ੍ਰਤਾਪ ਵਿਸਾਲਾ। ਸਿੱਖ ਆਪਸ 'ਚ ਗੱਲਾਂ ਕਰਦੇ ਨੇ ਕਿ ਇਹਨਾਂ ਦਾ ਬੜਾ ਤੇਜ ਪ੍ਰਤਾਪ ਵਧੇਗਾ। ਇਹ ਮਹਾ ਤੇਜਸਵੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਹਨ। ਨਿਜ ਸ਼ਤਰਨ ਗਨ ਕੋ ਇਹ ਕਾਲਾ। ਇਹ ਵੈਰੀਆਂ ਦਾ ਕਾਲ ਬਣ ਕੇ ਆਏ ਨੇ। ਇਹ ਪਾਪੀਆਂ ਦੀਆਂ ਜੜ੍ਹਾਂ ਪੁੱਟਣਗੇ, ਦੁਸ਼ਟਾਂ ਦਾ ਨਾਸ ਕਰਨਗੇ। ਚਮੂ ਸਕਲ ਕਰ ਖਾਨ ਰੁਪਾਨਾ। ਗੁਰੂ ਦੀ ਫੌਜ ਨੇ ਵੀ ਲੰਗਰ ਪ੍ਰਸ਼ਾਦਾ ਛਕਿਆ ਮਜਨੂ ਦੇ ਟਿੱਲੇ ਤੇ। ਦੀਨਤ ਰੰਗਨ ਤ੍ਰਿਣ ਅਰਦਾਨਾ। ਆਪਣੇ ਆਪਣੇ ਘੋੜਿਆਂ ਨੂੰ ਘਾਹ ਪੱਠਾ ਪਾਇਆ, ਪਾਣੀ ਪਿਆਇਆ ਹੈ। ਬਹੁਰ ਸਭਨ ਕੀਨਸ ਬਿਸਰਾਮੂ। ਫਿਰ ਸਾਰੀ ਫੌਜ ਨੇ ਆਪਣੇ ਆਪਣੇ ਆਸਣਾਂ ਤੇ ਵਿਸਰਾਮ ਕੀਤਾ ਹੈ। ਸਤਿਗੁਰ ਸਿਮਰ ਰੂਪ ਅਭਿਰਾਮੂ। ਗੁਰੂ ਗੁਰੂ ਜਪਦੇ ਸਿੱਖ ਸੌਂ ਗਏ ਹਨ। ਮਜਨੂ ਥਾਨ ਰਹਿ ਇੱਕ ਸੰਤ। ਸਾਧ ਸੰਗਤ ਜੀ, ਜਿਸ ਨੂੰ ਮਜਨੂ ਦਾ ਟਿੱਲਾ ਕਹਿੰਦੇ ਹੈ, ਇੱਥੇ ਇੱਕ ਸੰਤ ਮਹਾਂਪੁਰਸ਼ ਮਜਨੂ ਨਾਮ ਦੇ ਰਹਿੰਦੇ ਸਨ। ਹਾਂਜੀ, ਗੁਰਮੁਝ ਆਏ ਮਿਲੈ ਚਿਤਵੰਤ। ਬਹੁਤ ਸਮਿਆਂ ਤੋਂ ਅਰਦਾਸ ਕਰਦੇ ਸੀ ਵੀ ਮਹਾਰਾਜ ਮੈਨੂੰ ਆ ਕੇ ਦਰਸ਼ਨ ਦੇਣਗੇ। ਨਿਤ ਪ੍ਰਤ ਨੇਮ ਧਾਰ ਸਿਮਰੰਤਾ। ਇਹ ਸੰਤ ਜੀ ਹਰ ਵੇਲੇ ਗੁਰੂ ਸਾਹਿਬ ਨੂੰ ਯਾਦ ਕਰਦੇ, ਨਿਤਨੇਮ ਨਾਲ ਸਿਮਰਨ ਕਰਦੇ ਸਨ ਕਿ ਮਹਾਰਾਜ ਪਰਮੇਸ਼ਰ ਜੀ ਕਿਰਪਾ ਕਰੋ, ਮੈਨੂੰ ਆ ਕੇ ਦਰਸ਼ਨ ਬਖਸ਼ੋ। ਬੂਝੋ ਪ੍ਰਸ਼ਨ ਪੁਰਖ ਭਗਵੰਤਾ। ਮਹਾਰਾਜ ਕੋਈ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸਤਿਗੁਰੂ ਆਉਣਗੇ, ਮੈਂ ਆਪਣੇ ਮਨ ਦੇ ਪ੍ਰਸ਼ਨ ਜਿਹੜੇ ਸਵਾਲ ਹਨ ਉਹ ਪੂਰੇ ਪੁੱਛਾਂਗਾ। ਹਾਂਜੀ, ਸੋ ਆਇਓ ਜਬ ਭਏ ਇਕੰਤ। ਜਦੋਂ ਰਾਤ ਦਾ ਸਮਾਂ ਹੋ ਗਿਆ ਤੇ ਉਹ ਸੰਤ ਜੀ ਆਪਣੀ ਕੁਟੀਆ ਚੋਂ ਬਾਹਰ ਨਿਕਲੇ। ਦਿਨੇ ਨਹੀਂ ਆਏ ਕਿਉਂਕਿ ਦਿਨੇ ਇੱਥੇ ਬੜੀ ਸੰਗਤ ਸੀ, ਬੜੀ ਭੀੜ ਸੀ, ਗੁਰੂ ਦੀਆਂ ਫੌਜਾਂ ਜਾਗਦੀਆਂ ਸਨ। ਜਦੋਂ ਸਾਰੇ ਆਪਣੇ ਆਪਣੇ ਆਸਣਾਂ 'ਤੇ ਟਿਕ ਗਏ ਤਾਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਕੋਲ ਉਹ ਮਹਾਂਪੁਰਸ਼ ਮਜਨੂ ਦਾ ਟਿੱਲੇ ਵਾਲੇ ਸੰਤ ਆਏ ਹਨ। ਹਾਂਜੀ, ਦੇਖ ਦਰਸ ਗੁਰ ਕੋ ਹਰ ਖੰਤ। ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਹੀ ਖੁਸ਼ ਹੋਏ, ਪ੍ਰਸੰਨ ਹੋਏ ਹਨ। ਸਾਦਰ ਕਰਿਓ ਬਿਠਾਵਨ ਪਾਸ। ਤੇ ਗੁਰੂ ਸਾਹਿਬ ਜੀ ਨੂੰ ਦੇਖ ਕੇ ਬੜੇ ਖੁਸ਼ ਹੋਏ ਤੇ ਮਹਾਰਾਜ ਨੇ ਵੀ ਉਹਨਾਂ ਦਾ ਬੜਾ ਸੰਤਾਂ ਦਾ ਸਤਿਕਾਰ ਕੀਤਾ। ਆਓ ਸੰਤ ਜੀ, ਜੀ ਆਇਆਂ ਨੂੰ। ਕਿਉਂਕਿ ਜਿਹੜੀ ਭਜਨ ਕਰਨ ਵਾਲੀਆਂ ਮੂਰਤਾਂ ਗੁਰੂ ਕੇ ਸਿੱਖ, ਉਹਨਾਂ ਦਾ ਗੁਰੂ ਸਾਹਿਬ ਬਹੁਤ ਸਤਿਕਾਰ ਕਰਦੇ।
ਮਹਾਰਾਜ ਨੇ ਸੰਤਾਂ ਨੂੰ ਆਪਣੇ ਕੋਲ ਬਿਠਾਇਆ ਆਪਣੇ ਆਸਣ ਤੇ। ਹਾਂਜੀ, ਕਰ ਬੰਧਨ ਪਦ ਧਰੇ ਹੁਲਾਸ। ਤੇ ਉਹਨਾਂ ਸੰਤਾਂ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਨੇ ਸੰਤਾਂ ਨੂੰ ਨਮਸਕਾਰ ਕੀਤੀ, ਬਹੁਤ ਇੱਕ ਦੂਜੀ ਦਾ ਆਦਰ ਮਾਣ ਕੀਤਾ ਹੈ। ਹਾਂਜੀ, ਹਾਥ ਜੋੜ ਕਰ ਬੂਜਨ ਕੀਨ। ਤੇ ਹੱਥ ਜੋੜ ਕੇ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੋਂ ਉਹ ਸੰਤ ਪੁੱਛਦੇ ਹਨ। ਹਾਂਜੀ, ਹੋਰ ਸੰਸ਼ੈ ਮੁਝ ਕਰੋ ਸੋ ਹੀਨੇ। ਇਹ ਮਹਾਰਾਜ ਜੀ, ਮੇਰੇ ਮਨ ਵਿੱਚ ਕੁਝ ਸੰਸ਼ੇ ਹਨ, ਕੁਝ ਸਵਾਲ ਹਨ, ਕੁਝ ਪ੍ਰਸ਼ਨ ਹਨ ਜਿਨ੍ਹਾਂ ਦਾ ਮੈਂ ਉੱਤਰ ਚਾਹੁੰਦਾ ਸੀ, ਪਰ ਇਹ ਸਵਾਲਾਂ ਦਾ ਜਵਾਬ ਹਰ ਕੋਈ ਤਾਂ ਦੇ ਨਹੀਂ ਸਕਦਾ। ਆਪ ਜੀ ਜੈਸੇ ਪੂਰਨ ਪੁਰਸ਼ ਹੀ ਦੇ ਸਕਦੇ ਹਨ। ਕਿਰਪਾ ਕਰੋ ਅੱਜ ਮੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਮੇਰੇ ਮਨ ਦੀ ਬਿਰਤੀ ਦੀ ਸੰਤੁਸ਼ਟੀ ਕਰੋ। ਇਹ ਜਗ ਸਾਚ ਕੇ ਝੂਠੋ ਬਨਿਓ। ਮਹਾਰਾਜ, ਮੇਰਾ ਇਹ ਸਵਾਲ ਹੈ ਵੀ ਇਹ ਸੰਸਾਰ ਝੂਠਾ ਹੈ ਕਿ ਸੱਚਾ ਹੈ? ਇਹ ਜੋ ਜਗਤ ਹੈ, ਇਹ ਸੰਸਾਰ ਸੱਚਾ ਹੈ ਕਿ ਝੂਠਾ ਹੀ ਬਣਿਆ ਦਿਸਦਾ ਹੈ? ਹਾਂਜੀ, ਨਿਸ਼ਚੈ ਭਇਓ ਨਾ ਮੈਂ ਮਨ ਗੁਨਿਓ। ਬਹੁਤ ਸਮੇਂ ਤੋਂ ਵਿਚਾਰ ਕਰ ਰਿਹਾ ਸੀ ਮੈਂ, ਅਜੇ ਤੱਕ ਮੇਰੇ ਅੰਦਰ ਇਸ ਗੱਲ ਦਾ ਨਿਸ਼ਚਾ ਨਹੀਂ ਹੋ ਸਕਿਆ, ਨਿਰਣਾ ਨਹੀਂ ਮੈਂ ਕਰ ਸਕਿਆ ਕਿ ਸੰਸਾਰ ਦਾ ਜਿੰਨਾ ਪਸਾਰਾ ਦਿਸਦਾ ਹੈ ਇਹ ਸੱਚਾ ਹੈ ਜਾਂ ਝੂਠਾ ਹੀ ਐਵੇਂ ਹੀ ਪ੍ਰਤੀਤ ਹੋ ਰਿਹਾ ਹੈ। ਹਾਂਜੀ, ਜੇਕਰ ਸਾਚ ਇਸੇ ਠਹਿਰਾਵੋਂ। ਜੇ ਮੈਂ ਇਸ ਨੂੰ ਸੱਚਾ ਮੰਨਦਾ ਹਾਂ, ਮੈਂ ਇਹ ਨਿਰਣਾ ਕਰਦਾ ਹਾਂ ਵੀ ਇਹ ਸੱਚਾ ਹੈ, ਪੂਰਬ ਮਰੇ ਨਹੀਂ ਦ੍ਰਿਸ਼ਟਾਵੋਂ। ਤਾਂ ਫਿਰ ਪਹਿਲਾਂ ਜਿਹੜੇ ਬੰਦੇ ਮੈਂ ਅੱਜ ਤੋਂ 30 ਸਾਲ 20 ਸਾਲ 50 ਸਾਲ ਪਹਿਲਾਂ ਦੇਖੇ ਸੀਗੇ, ਉਹ ਮਰ ਚੁੱਕੇ ਆ, ਹੁਣ ਦਿਸਦੇ ਨਹੀਂ। ਕਿੱਥੇ ਚਲੇ ਗਏ ਇੰਨੇ ਲੱਖਾਂ ਲੋਕ ਜਿਹੜੇ ਮੇਰੇ ਬਚਪਨ ਦੇ ਸਾਥੀ ਸੀਗੇ, ਮੈਂ ਦੇਖੇ ਸੀ, ਉਹਨਾਂ ਬਾਰੇ ਪੁੱਛਦਾ ਤੇ ਉਹ ਪਤਾ ਲੱਗਦਾ ਵੀ ਉਹ ਤਾਂ 10 ਸਾਲ ਪਹਿਲਾਂ ਮਰ ਗਏ, ਕੋਈ 20 ਸਾਲ ਪਹਿਲਾਂ ਮਰ ਗਏ, ਕੋਈ 30 ਸਾਲ ਪਹਿਲਾਂ ਮਰ ਗਏ, ਕੋਈ ਹਜ਼ਾਰਾਂ ਸਾਲ ਪਹਿਲਾਂ ਵੀ ਮਰੇ ਹੋਣਗੇ। ਇੱਦਾਂ ਮਹਾਰਾਜ ਉਹ ਬੰਦੇ ਨਜ਼ਰ ਨਹੀਂ ਆਉਂਦੇ। ਹਾਂਜੀ, ਜੇਕਰ ਝੂਠੋ ਕਰੋ ਵਿਚਾਰਨ। ਜੇ ਮੈਂ ਇਸ ਜਗਤ ਨੂੰ ਮੰਨਦਾ ਵੀ ਝੂਠਾ ਹੈ, ਦੂਜਾ ਪੱਖ ਲੈਂਦਾ ਹਾਂ ਵੀ ਇਹ ਝੂਠਾ ਹੈ, ਇਹ ਵਿਚਾਰ ਕਰਦਾ ਹਾਂ। ਹਾਂਜੀ, ਸਭ ਪ੍ਰਤੱਖ ਹੀ ਹੋਤ ਨਿਹਾਰਨ। ਫਿਰ ਦਿਸਦਾ ਕਿਉਂ ਹੈ? ਸਾਹਮਣੇ ਤੁਰੇ ਫਿਰਦੇ ਲੋਕ ਤੇ ਸੰਸਾਰ ਦਾ ਵਿਹਾਰ ਚੱਲਦਾ, ਖੁਸ਼ੀਆਂ ਗਮੀਆਂ ਬੜੇ ਇਸ ਤਰ੍ਹਾਂ ਦੇ ਰੰਗ ਬਰੰਗੇ ਢੰਗ ਦੁਨੀਆ 'ਚ ਵੇਖਣ ਨੂੰ ਮਿਲਦੇ ਆ। ਫਿਰ ਮਹਾਰਾਜ, ਜੇ ਝੂਠਾ ਹੈ ਫਿਰ ਦਿਸਦਾ ਕਿਉਂ ਹੈ? ਜੇ ਸੱਚਾ ਹੈ ਤੇ ਫਿਰ ਬਿਨਸਦਾ ਕਿਉਂ ਹੈ? ਇਹ ਗੱਲ ਮੇਰੇ ਅਜੇ ਤੱਕ ਪਕੜ 'ਚ ਨਹੀਂ ਆਈ। ਹਾਂਜੀ, ਸਾਚ ਝੂਠ ਦੋਨੋਂ ਹੋ ਬਿਦ ਕਹੈ। ਕੋਈ ਕਹਿੰਦੇ ਨੇ ਜਗਤ ਸੱਚਾ ਹੈ, ਕੋਈ ਕਹਿੰਦੇ ਨੇ ਝੂਠਾ ਹੈ। ਹਾਂਜੀ, ਆਪਸ ਵਿਖੈ ਵਿਰੋਧੀ ਅਹੈ। ਇਹ ਦੋਵੇਂ ਗੱਲਾਂ ਆਪਸ 'ਚ ਵਿਰੋਧੀ ਨੇ। ਜੇ ਕਹੀਏ ਵੀ ਸੱਚਾ ਹੈ ਤਾਂ ਫਿਰ ਇਹਦਾ ਮਤਲਬ ਝੂਠਾ ਨਹੀਂ ਹੈ, ਜੇ ਕਹੀਏ ਵੀ ਝੂਠਾ ਹੈ ਤਾਂ ਇਹਦਾ ਮਤਲਬ ਕਿ ਸੱਚਾ ਨਹੀਂ ਹੈ। ਤੇ ਦੋਵੇਂ ਪੱਖ ਜਿਹੜੇ ਨੇ ਉਹਦਾ ਨਿਰਣਾ ਕਰਨਾ ਮੁਸ਼ਕਲ ਹੈ। ਹਾਂਜੀ, ਤਿਮਰ ਤੇਜ ਇਕੱਠੇ ਨਹਿ ਹੋਏ। ਜਿਵੇਂ ਮਹਾਰਾਜ ਹਨੇਰਾ ਤੇ ਚਾਨਣ ਇਕੱਠੇ ਨਹੀਂ ਹੁੰਦੇ, ਪ੍ਰਕਾਸ਼ ਸੂਰਜ ਤੇ ਹਨੇਰਾ ਕਦੀ ਇਕੱਠੇ ਨਹੀਂ ਹੁੰਦੇ। ਹਾਂਜੀ, ਜਾਂ ਤੇ ਨਿਰਣੈ ਮੋਹਿ ਨਾ ਕੋਏ। ਇਸੇ ਤਰ੍ਹਾਂ ਝੂਠ ਤੇ ਸੱਚ ਇਕੱਠੇ ਨਹੀਂ ਹੁੰਦੇ। ਮੇਰੇ ਕੋਲੋਂ ਇਸ ਗੱਲ ਦਾ ਨਿਰਣਾ ਹੋ ਨਹੀਂ ਪਾ ਰਿਹਾ। ਮੈਂ ਕਿਸ ਤਰ੍ਹਾਂ ਨਿਰਣਾ ਕਰਾਂ ਵੀ ਇਹ ਜਗਤ ਸੱਚਾ ਹੈ ਜਾਂ ਇਹ ਝੂਠਾ ਹੈ? ਹਾਂਜੀ, ਸੁਨ ਸਤਿਗੁਰ ਤਬ ਉੱਤਰ ਦੀਨ। ਮਜਨੂ ਸੰਤ ਦਾ ਉਸ ਟਿੱਲੇ ਦੇ ਮਹਾਂਪੁਰਸ਼ ਦਾ ਪ੍ਰਸ਼ਨ ਸੁਣ ਕੇ ਸੱਚੇ ਪਾਤਸ਼ਾਹ ਜੀ ਉੱਤਰ ਦਿੰਦੇ, ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਜਬ ਨਰ ਸੁਪਤ ਹੈ ਨਿੰਦਰਾ ਲੀਨ। ਮਹਾਰਾਜ ਕਹਿੰਦੇ, ਸੰਤ ਜੀ, ਜਦੋਂ ਬੰਦਾ ਸੌਂ ਜਾਂਦਾ ਹੈ, ਨਿੰਦਰਾ ਵਿੱਚ ਚਲਾ ਜਾਂਦਾ ਹੈ। ਹਾਂਜੀ, ਸੁਪਨ ਅਵਸਥਾ ਜਬ ਹੂੰ ਪਾਏ। ਜਦੋਂ ਸੁਪਨ ਅਵਸਥਾ ਆਉਂਦੀ ਹੈ, ਸੁਪਨਾ ਆਉਂਦਾ ਹੈ, ਸਗਲ ਜਗਤ ਜਾਨ ਹੋ ਤਿਸ ਭਾਏ। ਤਾਂ ਫਿਰ ਉਹ ਸੁਪਨੇ ਦੇ ਵਿੱਚ ਬੜੇ ਰੰਗ ਬਰੰਗੇ ਕੌਤਕ ਬੰਦਾ ਦੇਖਦਾ ਹੈ। ਉਹ ਦਿਸਦੇ ਹਨ ਪਰ ਸੱਚੇ ਤਾਂ ਨਹੀਂ ਹੁੰਦੇ। ਇਸੇ ਤਰ੍ਹਾਂ ਇਹ ਸੰਸਾਰ ਦਿਸਦਾ ਹੈ ਪਰ ਸੱਚਾ ਨਹੀਂ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਾਕੋ ਜਾਨ। ਹਾਂਜੀ, ਜਬ ਲਓ ਸੁਪਨਾ ਨਰ ਕੋ ਰਹਾ। ਜਿੰਨਾ ਚਿਰ ਪ੍ਰਾਣੀ ਨੂੰ ਸੁਪਨਾ ਰਹਿੰਦਾ ਹੈ, ਹਾਂਜੀ, ਤਬ ਲਓ ਸਾਚੋ ਹੀ ਤਿਸ ਲਹਾ। ਉਹਨਾਂ ਚਿਰ ਸੱਚਾ ਹੀ ਦਿਸਦਾ। ਜਿੰਨਾ ਚਿਰ ਬੰਦਾ ਸੁਪਨਾ ਦੇਖ ਰਿਹਾ ਹੁੰਦਾ, ਉਹ ਸੁਪਨੇ ਵਿੱਚ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਸੁਪਨਾ ਦੇਖ ਰਿਹਾ। ਉਹਨੂੰ ਇਹੀ ਲੱਗਦਾ ਵੀ ਮੈਂ ਜੋ ਦੇਖ ਰਿਹਾ ਸੱਚਾ ਹੀ ਦੇਖ ਰਿਹਾ। ਹਾਂਜੀ, ਭੈ ਭਾਵਤ ਅਰ ਭਾਜੋ ਜਾਤ।
ਉਹਦੇ 'ਚ ਡਰਦਾ ਵੀ ਹੈ। ਸੁਪਨੇ ਵਿੱਚ ਕਈ ਵਾਰੀ ਡਰਾਉਣੇ ਸੀਨ ਆ ਜਾਂਦੇ, ਸੱਪ ਆ ਗਿਆ, ਸ਼ੇਰ ਆ ਗਿਆ, ਕੋਈ ਦੁਸ਼ਮਣ ਆ ਗਿਆ, ਵੈਰੀ ਆ ਗਿਆ ਵਾਰ ਕਰਨ ਵਾਲਾ। ਉਦੋਂ ਬੰਦਾ ਉਹ ਸੁਪਨੇ 'ਚ ਦੌੜਦਾ ਅਤੇ ਚੀਕਦਾ ਚਿਲਾਉਂਦਾ, ਬਹੁਤ ਕੁਝ ਬੋਲਦਾ। ਹਾਂਜੀ। ਕੈ ਪਰੇ ਦੇਖਤ ਉਰ ਹਰਖਾਤ। ਜਾਂ ਕਈ ਵਾਰੀ ਸੁਪਨੇ 'ਚ ਚੰਗੇ ਸੀਨ ਆਉਂਦੇ ਆ, ਪਿਆਰੇ ਸੀਨ ਆਉਂਦੇ ਆ, ਖੁਸ਼ ਹੁੰਦਾ। ਸੁਪਨੇ 'ਚ ਹਾਥੀ ਮਿਲ ਗਿਆ, ਘੋੜਾ ਮਿਲ ਗਿਆ, ਕਹਿੰਦਾ ਆਹਾ ਸੁਪਨੇ ਵਿੱਚ ਮੈਨੂੰ ਘੋੜਾ। ਉਦੋਂ ਘੋੜਾ ਸੱਚਾ ਲੱਗਦਾ। ਹਾਥੀ, ਗੱਡੀਆਂ, ਕਾਰਾਂ, ਕੁਛ ਵੀ ਹੋਵੇ, ਮਾਇਆ, ਧਨ, ਪਦਾਰਥ, ਉਹ ਸਾਰੇ ਸੱਚੇ ਪ੍ਰਤੀਤ ਹੁੰਦੇ ਆ। ਹਾਂਜੀ। ਜੇ ਸੁਪਨੇ ਕੋ ਝੂਠੋ ਜਨ ਹੈ। ਜੇ ਉਹ ਸੁਪਨੇ ਨੂੰ ਝੂਠਾ ਸਮਝ ਲਵੇ, ਤਰਾਸ ਬਿਖਾਦ ਹਰਖ ਕਿਉਂ ਠਨ ਹੈ। ਫਿਰ ਉਹ ਡਰੇ ਕਿਉਂ? ਜੇ ਉਹਨੂੰ ਪਤਾ ਲੱਗ ਜਾਏ ਵੀ ਸੁਪਨੇ ਦਾ ਇਹ ਸੱਪ ਹੈ, ਇਹ ਮੈਨੂੰ ਨਹੀਂ ਲੜ ਸਕਦਾ, ਫਿਰ ਉਹ ਡਰੇਗਾ ਨਹੀਂ। ਜੇ ਉਹਨੂੰ ਪਤਾ ਲੱਗ ਜਾਏ ਵੀ ਮੈਂ ਸੁਪਨੇ ਵਿੱਚ ਘੋੜੇ ਦੀ ਸਵਾਰੀ ਕਰ ਰਿਹਾ, ਜਾਗਣ ਵੇਲੇ ਘੋੜਾ ਰਹਿਣਾ ਕੋਈ ਨਹੀਂ, ਫਿਰ ਉਸ ਘੋੜੇ ਦੀ ਖੁਸ਼ੀ ਵੀ ਨਹੀਂ ਹੋਣੀ ਚਾਹੀਦੀ ਉਹਨੂੰ, ਪਰ ਹੁੰਦੀ ਹੈ, ਕਿਉਂਕਿ ਉਸ ਵੇਲੇ ਉਹਨੂੰ ਸੁਪਨਾ ਸੱਚਾ ਹੀ ਪ੍ਰਤੀਤ ਹੁੰਦਾ। ਉਹਨੂੰ ਇਹ ਨਹੀਂ ਲੱਗਦਾ ਵੀ ਕਿ ਮੈਂ ਸੁਪਨਾ ਦੇਖ ਰਿਹਾ, ਬਸ ਦੇਖ ਰਿਹਾ ਹੁੰਦਾ, ਉਹਦੇ ਵਿੱਚ ਉਹਦੀ ਬਿਰਤੀ ਜੁੜੀ ਹੁੰਦੀ ਹੈ। ਹਾਂਜੀ। ਤਬ ਸਾਚੋ ਲਖ ਕੈ ਸਭ ਕਰੈ। ਉਸ ਵੇਲੇ ਜੋ ਵੀ ਵਿਹਾਰ ਕਰਦਾ ਪ੍ਰਾਣੀ, ਭਾਵੇਂ ਉਹ ਖੁਸ਼ੀ ਮਨਾਉਣ ਦਾ ਹੋਵੇ, ਭਾਵੇਂ ਗਮੀ ਦਾ ਹੋਵੇ, ਭਾਵੇਂ ਉਹ ਡਰ ਰਿਹਾ ਹੋਵੇ, ਕੁਛ ਵੀ ਹੋ ਰਿਹਾ ਹੋਵੇ, ਉਹ ਉਸ ਵੇਲੇ ਸੁਪਨੇ ਦੇ ਸਾਰੇ ਵਿਹਾਰ ਸੱਚੇ ਜਾਣ ਕੇ ਹੀ ਕਰਦਾ। ਹਾਂਜੀ। ਬੀਰਜ ਬਿਨ ਸਾਚੇ ਕਿਉਂ ਗਿਰੈ। ਕਹਿੰਦੇ ਉਹਦੇ ਵਿੱਚ ਕਈ ਵਾਰੀ ਉਹਨੂੰ ਸੁਪਨ ਦੋਸ਼ ਤੱਕ ਹੋ ਜਾਂਦਾ, ਉਹ ਬਿਨਾਂ ਸੱਚੇ ਦੇ ਹੀ ਹੋ ਜਾਂਦਾ। ਕਹਿੰਦੇ ਸੱਚਾ ਲੱਗਦਾ, ਇਸ ਕਰਕੇ ਸਾਰਾ ਕੁਝ ਇਹ ਹੁੰਦਾ, ਪਰ ਕਹਿੰਦੇ ਵੀ ਉਹ ਦੋਸ਼ ਜੇ ਉਹਨੂੰ ਪਤਾ ਹੋਵੇ ਵੀ ਝੂਠਾ ਫਿਰ ਨਾ ਹੋਵੇ, ਪਰ ਹੁੰਦਾ। ਇਹਦਾ ਮਤਲਬ ਉਹਦਾ ਅਸਰ ਪੈਂਦਾ ਪੂਰਾ, ਉਹਦੀ ਬਿਰਤੀ ਤੋਂ ਚੱਲਦਾ ਸਾਰਾ ਕੰਮ। ਸੂਖਮ ਬਿਰਤੀ ਜਿਹੜੀ ਹੈ, ਮਹਾਰਾਜ ਬਾਣੀ 'ਚ ਕਹਿੰਦੇ ਸੁਪਨੇ ਬਿੰਦ ਨਾ ਦੇਈ ਝਰਣਾ, ਤਿਸ ਪਾਖੰਡੀ ਜਰਾ ਨਾ ਮਰਨਾ। ਸੋ ਇਸ ਪ੍ਰਕਾਰ ਦੇ ਨਾਲ ਸੁਪਨੇ ਦਾ ਵਰਤਾਰਾ ਹੁੰਦਾ। ਹਾਂਜੀ। ਜਾਗਰਤ ਜਬ ਹੈ ਅਵਸਥਾ ਪਾਏ। ਜਦੋਂ ਜਾਗਰਤ ਅਵਸਥਾ ਹੁੰਦੀ, ਜਾਗਦਾ ਹੈ, ਉੱਠ ਪੈਂਦਾ, ਜਾਗ ਪੈਂਦਾ ਹੈ। ਹਾਂਜੀ। ਜੇ ਸਾਚੋ ਤਬ ਕਿਉਂ ਨਾ ਦਿਸਾਏ। ਮਹਾਰਾਜ ਕਹਿੰਦੇ ਫਿਰ ਉਹਨੂੰ ਜਿਹੜੇ ਸੁਪਨੇ ਦੇ ਪਦਾਰਥ ਦੇਖੇ ਸਨ, ਜੇ ਸੱਚੇ ਹੁੰਦੇ ਫਿਰ ਦਿਸ ਦੇਣੇ ਚਾਹੀਦੇ ਆ, ਪਰ ਸੁਪਨੇ ਦੀਆਂ ਸਾਰੀਆਂ ਚੀਜ਼ਾਂ ਸੁਪਨੇ 'ਚ ਹੀ ਰਹਿ ਜਾਂਦੀਆਂ। ਸੁਪਨੇ ਦੇ ਘੋੜੇ, ਸੁਪਨੇ ਦੇ ਹਾਥੀ, ਸੁਪਨੇ ਦੀਆਂ ਕਾਰਾਂ, ਸੁਪਨੇ ਦੇ ਰਿਸ਼ਤੇਦਾਰ, ਸੁਪਨੇ ਦੀ ਇਸਤਰੀ, ਸੁਪਨੇ ਦਾ ਪੁਰਸ਼, ਜੋ ਵੀ ਦੇਖਿਆ ਸੀ ਚੰਗਾ ਮਾੜਾ, ਸਭ ਸੁਪਨੇ 'ਚ ਹੀ ਰਹਿ ਗਿਆ। ਜਾਗਣ ਵੇਲੇ ਕੁਛ ਵੀ ਨਹੀਂ ਹੁੰਦਾ ਉਹਦੇ ਵਿੱਚੋਂ। ਹਾਂਜੀ। ਜਾਂ ਤੇ ਅਨਰ ਵਚਨ ਪ੍ਰਭ ਮਾਇਆ। ਇਸ ਕਰਕੇ ਨਾ ਕਹਿ ਸਕਦੇ ਹਾਂ ਵੀ ਸੱਚਾ, ਨਾ ਕਹਿ ਸਕਦੇ ਹਾਂ ਝੂਠਾ। ਹੁਣ ਜੋ ਸੱਚਾ ਵੀ ਨਾ ਹੋਵੇ, ਝੂਠਾ ਵੀ ਨਾ ਹੋਵੇ, ਉਹਦੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ? ਦੋ ਹੀ ਚੀਜ਼ਾਂ ਨੇ, ਇੱਕ ਨੂੰ ਤੁਸੀਂ ਕਹੋਗੇ ਸੱਚਾ, ਦੂਸਰੀ ਅਵਸਥਾ ਨੂੰ ਕਹੋਗੇ ਝੂਠਾ, ਪਰ ਕਹਿੰਦੇ ਦੋਵੇਂ ਹੀ ਨਹੀਂ ਹਨ। ਫਿਰ ਕੀ ਹੈ? ਫਿਰ ਉਹਦੇ ਲਈ ਕੋਈ ਸ਼ਬਦ ਹੈ? ਕਹਿੰਦੇ ਹਾਂ, ਉਹ ਹੈ ਅਨਰਵਚਨੀय। ਅਨਰਵਚਨੀय ਦਾ ਮਤਲਬ ਹੈ ਵੀ ਕੁਛ ਨਹੀਂ ਕਿਹਾ ਜਾ ਸਕਦਾ, ਕੋਈ ਵਚਨ ਉਹਦੇ ਬਾਰੇ ਨਿਰਣਾ ਕਰਕੇ ਦੱਸਿਆ ਨਹੀਂ ਜਾ ਸਕਦਾ। ਜੇ ਉਹ ਸੱਚਾ ਨਾ ਹੋਵੇ ਸੁਪਨੇ ਦਾ ਪਦਾਰਥ, ਤਾਂ ਸੁਪਨੇ ਵਿੱਚ ਸੁਪਨ ਦੋਸ਼ ਨਹੀਂ ਹੋਣਾ ਚਾਹੀਦਾ, ਹੁੰਦਾ। ਇਹਦਾ ਮਤਲਬ ਵੀ ਉੱਥੇ ਕੁਛ ਉਹ ਪ੍ਰਤੀਤ ਹੋਇਆ, ਪਰ ਜੇ ਉਹ ਝੂਠਾ ਹੈ ਤੇ ਉਹ ਸਾਰਾ ਬਿਨਸ ਗਿਆ, ਜਾਗਣ ਵੇਲੇ ਨਜ਼ਰ ਨਹੀਂ ਆਇਆ। ਇਸ ਕਰਕੇ ਕੁਛ ਨਹੀਂ ਕਹਿ ਸਕਦੇ ਕਿ ਇਹ ਸੰਸਾਰ ਸੱਚਾ ਹੈ ਜਾਂ ਝੂਠਾ ਹੈ। ਅਨਰਵਚਨੀय ਹੈ। ਸਤ ਅਸਤ ਨ ਵੇਦੋ ਕਹੈ, ਨਾ ਇਹ ਸਤ ਹੈ ਨਾ ਇਹ ਅਸਤ ਹੈ, ਕੁਛ ਵੀ ਨਹੀਂ। ਕੀ ਹੈ? ਕਹਿੰਦੇ ਜਿਉਂ ਸੁਪਨਾ ਰਪੇਖਣਾ ਐਸੇ ਜਾਕੋ ਜਾਣ। ਨਿਰਣਾ ਕਰਕੇ ਕੁਛ ਨਹੀਂ ਕਹਿ ਸਕਦੇ। ਹਾਂਜੀ। ਜਾਨੀ ਪਰ ਹੈ ਨਾ ਬਿਨ ਗੁਰ ਦਾਇਆ। ਗੁਰੂ ਦੀ ਦਇਆ ਤੋਂ ਬਿਨਾਂ, ਪੂਰੇ ਮਹਾਂਪੁਰਸ਼ ਸਤਿਗੁਰੂ ਦੇ ਸਿਰ 'ਤੇ ਹੱਥ ਨਾ ਹੋਵੇ, ਇਹ ਗੱਲ ਦਾ ਪਤਾ ਨਹੀਂ ਲੱਗਦਾ। ਇਹ ਗੱਲ ਉਦੋਂ ਹੀ ਅਨੁਭਵ 'ਚ ਆਉਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਕਿਸੇ ਬੰਦੇ ਦੇ ਸਿਰ 'ਤੇ ਹੱਥ ਰੱਖ ਦਿੰਦੇ ਹਨ। ਹਾਂਜੀ। ਸਾਚ ਝੂਠ ਕਿਛ ਕਹੀ ਨਾ ਜਾਏ। ਸੱਚ ਹੈ ਕਿ ਝੂਠ ਹੈ ਨਹੀਂ ਕਿਹਾ ਜਾ ਸਕਦਾ, ਕੁਛ ਨਹੀਂ ਕਹਿ ਸਕਦੇ। ਇਹ ਜਗਤ ਸੱਚਾ ਹੈ। ਬਾਣੀ ਚਾਹੁੰਦਾ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾ, ਸੱਚੇ ਤੇਰੇ ਖੰਡ
ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ। ਦੂਜੇ ਪਾਸੇ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਇੱਕ ਪਾਸੇ ਸੱਚੇ ਕਹਤੇ, ਇੱਕ ਪਾਸੇ ਕੂੜੇ ਕਹਤੇ। ਅਸਲ ਵਿੱਚ ਮਹਾਰਾਜ ਕਹਿੰਦੇ ਜੇ ਤੇ ਪਰਮੇਸ਼ਰ ਨਾਲ ਜੁੜ ਜਾਓ, ਸੱਚੇ ਵਾਹਿਗੁਰੂ ਨਾਲ, ਤਾਂ ਉਹਦੇ ਸਾਰੇ ਰਚੇ ਹੋਏ ਖੰਡ ਬ੍ਰਹਮੰਡ ਸੱਚੇ ਦੇ ਹੀ ਹਨ, ਸੱਚੇ ਦੀ ਮਾਇਆ ਸਾਰੀ। ਅਤੇ ਜੇ ਮਾਇਆ 'ਚ ਜੁੜ ਜਾਓ ਤਾਂ ਮਾਇਆ ਝੂਠੀ ਹੈ, ਫਿਰ ਕੂੜ ਰਾਜਾ ਕੂੜ ਪ੍ਰਜਾ, ਫਿਰ ਕੁਛ ਹੈ ਹੀ ਨਹੀਂ। ਇਸ ਕਰਕੇ ਇਹ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਪੜਦਾ ਚੁੱਕਿਆ ਨਹੀਂ ਜਾਂਦਾ, ਇਹ ਭੇਦ ਨਹੀਂ ਆਉਂਦਾ। ਇਹ ਭੇਦ ਸਤਿਗੁਰੂ ਹੀ ਸਮਝਾਉਂਦੇ ਹਨ। ਹਾਂਜੀ, ਤਿਹ ਕਾਰਜ ਇਹ ਜਗਤ ਸੁਭਾਏ। ਛੇਵੇਂ ਪਾਤਸ਼ਾਹ ਕਹਿੰਦੇ ਜਗਤ ਮਾਇਆ ਦਾ ਕਾਰਜ ਹੈ। ਮਾਇਆ ਦਾ ਕਾਰਜ ਹੈ ਇਹ। ਮਾਇਆ ਹੈ ਨਹੀਂ, ਦਿਸਦੀ ਹੈ। ਫਿਰ ਜਗਤ ਵੀ ਜਿਹਦਾ ਕਾਰਨ ਝੂਠਾ ਹੋਵੇ ਉਹਦਾ ਕਾਰਜ ਵੀ ਝੂਠਾ ਹੀ ਹੁੰਦਾ। ਜੈਸਾ ਕਾਰਨ ਹੋਵੇ ਵੈਸਾ ਕਾਰਜ ਹੁੰਦਾ। ਜਿਵੇਂ ਕਾਰਨ ਕਹਿੰਦੇ ਬੀਜ ਨੂੰ, ਜਿਵੇਂ ਆਪਾਂ ਕਣਕ ਦਾ ਬੀਜ ਬੀਜਾ, ਕਣਕ ਹੀ ਉੱਗੇਗੀ, ਝੋਨਾ ਤਾਂ ਨਹੀਂ ਉੱਗੇਗਾ। ਜੇ ਮਾਇਆ ਅਸਤ ਹੈ ਤਾਂ ਉਹਦਾ ਕਾਰਜ ਜਗਤ ਵੀ ਅਸਤ ਹੀ ਹੈ। ਜੇ ਮਾਇਆ ਸਤ ਹੈ ਤਾਂ ਜਗਤ ਵੀ ਸਤ ਹੈ। ਇਸ ਕਰਕੇ ਨਾ ਮਾਇਆ ਸਤ ਹੈ ਨਾ ਅਸਤ ਹੈ। ਮਾਇਆ ਅਨਰਵਚਨੀ ਹੈ ਅਤੇ ਜਗਤ ਵੀ ਅਨਰਵਚਨੀ ਹੈ। ਜਗਤ ਦੀ ਵੀ ਗੋਲ, ਕਹਿੰਦੇ ਨਾ ਵੀ ਦੁਨੀਆ ਗੋਲ ਹੈ। ਇਹ ਆਮ ਜਟਕੀ ਬੋਲੀ 'ਚ ਲੋਕ ਇੱਦਾਂ ਸਮਝਾ ਦਿੰਦੇ ਆ ਸਿਆਣੇ। ਉਹ ਕਹਿੰਦੇ ਦੁਨੀਆ ਗੋਲ ਹੈ। ਗੋਲ ਦਾ ਮਤਲਬ ਵੀ ਸਮਝ ਨਹੀਂ ਆਉਂਦੀ, ਦੁਨੀਆ ਦੀ ਕੋਈ ਸਮਝ ਨਹੀਂ ਆਉਂਦੀ ਕਿਸੇ ਨੂੰ ਵੀ। ਕਿਹੜੀ ਚੀਜ਼ ਨੂੰ ਤੁਸੀਂ ਪਕੜੋ, ਕਿਸੇ ਤੰਦ ਨੂੰ ਪਕੜੋ, ਉਹਦੇ 'ਚ ਤੁਹਾਨੂੰ ਗੋਲ ਦੋ ਤਰ੍ਹਾਂ ਦੀ ਗੱਲ ਹੋਵੇਗੀ। ਦੋਵੇਂ ਪਾਸੇ ਤੁਸੀਂ ਜਾਓਗੇ, ਨਾ ਤੁਸੀਂ ਸਹੀ ਮੰਨ ਸਕਦੇ ਹੋ, ਉਹਨਾਂ ਨੂੰ ਗਲਤ ਮੰਨ ਸਕਦੇ ਹੋ। ਇਸ ਕਰਕੇ ਸੰਸਾਰ ਦੀ ਕਿਸੇ ਵੀ ਗੱਲ ਦੇ ਉੱਤੇ ਮਹਾਂਪੁਰਸ਼ ਵਿਵਾਦ ਨਹੀਂ ਕਰਿਆ ਕਰਦੇ। ਉਹ ਕਹਿੰਦੇ ਪਰਮੇਸ਼ਰ ਦੀ ਮਾਇਆ, ਇਹਦਾ ਕਿਸੇ ਨੂੰ ਭੇਦ ਨਹੀਂ ਆਇਆ। ਹਾਂਜੀ, ਮਾਇਆ ਕੋ ਆਖ ਅਗਿਆਨਾ। ਹਾਂ, ਮਾਇਆ ਦਾ ਨਾਮ ਹੀ ਅਗਿਆਨ ਹੈ। ਮਾਇਆ ਦਾ ਨਾਮ ਹੈ ਅਗਿਆਨ। ਅਗਿਆਨ ਕੀ ਹੈ? ਆਈ ਡੋਂਟ ਨੋ, ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ। ਇਹ ਅਗਿਆਨ ਦਾ ਸਰੂਪ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਅੱਗੇ ਚੱਲ ਕੇ ਜਦੋਂ ਭਾਈ ਦਇਆ ਸਿੰਘ ਜੀ ਤੋਂ ਸਿੰਘ ਪੁੱਛਦੇ, ਕਹੋ ਰੂਪ ਅਗਿਆਨ, ਅਗਿਆਨ ਦਾ ਰੂਪ ਦੱਸੋ ਭਾਈ ਦਇਆ ਸਿੰਘ ਜੀ। ਤਾਂ ਭਾਈ ਦਇਆ ਸਿੰਘ ਜੀ ਕਹਿੰਦੇ ਮਾਇਆ ਅਗਿਆਨ ਜਗਤ ਇਹ ਸਭ ਇੱਕੋ ਜਿਹਾ ਹੀ ਵਰਤਾਰਾ ਹੈ। ਅਗਿਆਨ ਇਹ ਹੈ ਵੀ ਪਤਾ ਨਹੀਂ, ਮੈਨੂੰ ਨਹੀਂ ਪਤਾ ਕੀ ਹੋ ਰਿਹਾ। ਜਦੋਂ ਗੂੜ੍ਹੀ ਨੀਂਦ ਵਿੱਚ ਸੁੱਤਾ, ਸੁਪਨਾ ਵੀ ਨਹੀਂ ਦੇਖਿਆ, ਅਤੇ ਉੱਠ ਕੇ ਕਹਿੰਦਾ ਅੱਜ ਮੈਂ ਇੰਨੀ ਗੂੜ੍ਹੀ ਨੀਂਦ ਸੁੱਤਾ ਸੀ, ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿੱਥੇ ਸੁੱਤਾ ਹਾਂ। ਉਹ ਅਗਿਆਨ ਦਾ ਸਰੂਪ ਹੈ। ਜਿਹੜੀ ਚੀਜ਼ ਦਾ ਪਤਾ ਨਹੀਂ, ਅਗਿਆਨ ਉਹੀ ਹੈ। ਕੋਈ ਵੀ ਗੱਲ ਕੋਈ ਪੁੱਛੇ ਅਤੇ ਕਹਿ ਦੇ ਮੈਂ ਨਹੀਂ ਜਾਣਦਾ, ਆਈ ਡੋਂਟ ਨੋ, ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ। ਬਸ ਇਹ ਅਗਿਆਨ ਦਾ ਸਰੂਪ ਹੈ। ਜਗਤ ਬਾਰੇ ਵੀ ਆਪਾਂ ਕੁਛ ਨਹੀਂ ਜਾਣਦੇ, ਕੀ ਹੈ, ਕੁਛ ਵੀ ਨਹੀਂ। ਹਾਂਜੀ, ਇਸ ਕੋ ਰੂਪ ਨਾ ਨਿਜ ਕੋ ਜਾਨਾ। ਮਹਾਰਾਜ ਕਹਿੰਦੇ ਇਹਦਾ ਅਗਿਆਨ ਦਾ ਰੂਪ ਕੀ ਹੈ? ਕਿਸੇ ਨੇ ਪੁੱਛਿਆ ਵੀ ਅਗਿਆਨ ਦਾ ਕੀ ਰੂਪ ਹੈ? ਤਾਂ ਕਹਿੰਦੇ ਆਪਣੇ ਆਪ ਨੂੰ ਨਾ ਜਾਣਨਾ। ਮੈਂ ਕੀ ਹਾਂ? ਮੈਂ ਕੀ ਹਾਂ? ਬੁੱਲਾ ਕੀ ਜਾਣਾ ਮੈਂ ਕੌਣ? ਸਾਈਂ ਬੁੱਲੇ ਸ਼ਾਹ ਦੀ ਕਲਾਮ ਹੈ। ਉਹ ਕਹਿੰਦੇ ਕੀ ਜਾਣਾ ਮੈਂ ਕੌਣ, ਮੈਂ ਕੀ ਹਾਂ, ਕੋਈ ਪਤਾ ਹੀ ਨਹੀਂ। ਆਪਣੇ ਆਪ ਨੂੰ ਨਾ ਜਾਣਨਾ ਹੀ ਅਗਿਆਨ ਹੈ। ਭੁੱਲ ਗਏ ਹੋ ਅਗਿਆਨ ਤੇ ਆਤਮ ਆਪਣ ਰੂਪ। ਆਤਮਾ ਆਪਣੇ ਆਪ ਨੂੰ ਭੁੱਲ ਚੁੱਕੀ ਹੈ, ਮੈਂ ਆਤਮਾ ਹਾਂ। ਕਹੋ ਕਬੀਰੇ ਰਾਮ ਕੀ ਅੰਸ, ਇਹ ਭੁੱਲ ਚੁੱਕੀ ਹੈ ਗੱਲ। ਮੈਂ ਫਲਾਣਾ ਸਿੰਘ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਬਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਜੱਟ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਕਮਜ਼ੋਰ ਹਾਂ, ਮੈਂ ਬਲਵਾਨ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਮੈਂ ਮਧਰਾ, ਮੈਂ ਲੰਮਾ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ। ਇੱਦਾਂ ਆਪਣੇ ਆਪ ਨੂੰ ਸਮਝਿਆ, ਜੀਵ ਸਮਝ ਲਿਆ, ਆਪਣੇ ਆਪ ਨੂੰ ਆਤਮ ਸਰੂਪ ਨਹੀਂ ਸਮਝਿਆ। ਇਹੀ ਅਗਿਆਨ ਹੈ। ਹਾਂਜੀ, ਵਸਤ ਸਤ ਕੋ ਜਨ ਹੈ ਨਾਹੀ। ਜਿਹੜੀ ਸਤ ਵਸਤੂ ਹੈ ਆਤਮਾ, ਉਹਨੂੰ ਜਾਣਦਾ ਨਹੀਂ। ਜਿਹੜਾ ਅਸਤ ਸਰੀਰ ਹੈ, ਝੂਠ ਹੈ, ਉਹਨੂੰ ਸਮਝਦਾ। ਫੋਟੋਆਂ ਖਿਚਾਉਂਦਾ ਆਪਣੀਆਂ, ਉਹ ਫੋਟੋਆਂ ਖਿਚਾ ਕੇ ਲਾਈਆਂ ਘਰਾਂ ਦੇ ਵਿੱਚ ਵੀ ਆਹ ਮੇਰੀ ਫੋਟੋ ਹੈ। ਆਤਮਾ ਦੀ ਫੋਟੋ ਤਾਂ ਕੋਈ ਹੈ ਨਹੀਂ, ਉਹ ਤਾਂ ਖਿੱਚੀ ਨਹੀਂ ਜਾਂਦੀ। ਜਿਹੜਾ ਅਸਲੀ ਰੂਪ ਹੈ ਉਹਦਾ ਪਤਾ ਨਹੀਂ। ਜਿਹੜਾ ਮਿੱਟੀ ਦਾ ਸਰੀਰ ਬਦਲਣ ਵਾਲਾ ਹੈ, ਜਦੋਂ ਬੱਚਾ ਜੰਮਦਾ ਉਦੋਂ ਉਹਦਾ ਸਰੀਰ ਹੋਰ ਹੁੰਦਾ, ਜਵਾਨ ਹੁੰਦਾ ਹੋਰ ਹੁੰਦਾ, ਬੁੱਢਾ ਹੁੰਦਾ ਹੋਰ, ਕਈ ਰੂਪ ਬਦਲਦਾ।
ਉਹ ਸਰੂਪ ਜਿਹੜਾ ਅਸਲੀ ਉਹ ਤੇ ਬਦਲਣ ਵਾਲਾ ਹੈ ਨਹੀਂ ਨਾ, ਉਹ ਤਾਂ ਇੱਕੋ ਜਿਹਾ ਹੀ ਹੈ। ਅਤੇ ਬਦਲਣ ਵਾਲੇ ਝੂਠੇ ਨੂੰ ਕਹਿੰਦਾ ਹੈ ਸੱਚਾ, ਅਤੇ ਜਿਹੜਾ ਸੱਚਾ ਹੈ ਉਹਨੂੰ ਕਹਿੰਦਾ ਪਤਾ ਨਹੀਂ ਹੈ ਕਿ ਨਹੀਂ ਹੈ, ਉਹਨੂੰ ਜਾਣਦਾ ਹੀ ਨਹੀਂ। ਹਾਂਜੀ। ਕਲਪ ਹੈ ਅਪਰ ਤਿਸੀ ਕੇ ਮਾਹੀ। ਉਸ ਆਤਮਾ ਦੇ ਵਿੱਚ ਹੀ ਕਈ ਤਰ੍ਹਾਂ ਦੀ ਕਲਪਨਾ ਬਣਾ ਕੇ ਰੱਸੀ ਦਾ ਸੱਪ ਬਣਾਈ ਬੈਠਾ ਹੈ। ਹਾਂਜੀ। ਦੇ ਦ੍ਰਿਸ਼ਟਾਂਤ ਤੋਹੇ ਸਮਝਾਵੈ। ਮਹਾਰਾਜ ਕਹਿੰਦੇ ਸੰਤ ਜੀ ਤੁਹਾਨੂੰ ਅਸੀਂ ਦ੍ਰਿਸ਼ਟਾਂਤ ਦੇ ਕੇ ਦਲੀਲ ਦੇ ਕੇ ਸਮਝਾਉਂਦੇ ਹਾਂ। ਹਾਂਜੀ। ਜਗ ਕੀ ਰਚਨਾ ਤਥਾ ਜਨਾਵੈ। ਜੋ ਜਗਤ ਦੀ ਰਚਨਾ ਹੈ, ਸੱਤ ਹੈ, ਜੋ ਵਾਸਤਵ ਵਿੱਚ ਹੈ, ਸਚਾਈ ਹੈ, ਉਹ ਅਸੀਂ ਦੱਸਾਂਗੇ। ਹਾਂਜੀ। ਤਮ ਮਹਿ ਰਜ ਕੋ ਨਾਹੇ ਨਾ ਜਾਣਹਿ। ਕਹਿੰਦੇ ਤਮ ਰਜ ਸਤ ਇਹ ਤਿੰਨ ਮਾਇਆ ਦੇ ਗੁਣ ਹਨ। ਤਮੋ ਗੁਣ ਵਿੱਚ ਅਤੇ ਰਜੋ ਗੁਣ ਵਿੱਚ ਆਤਮ ਸਰੂਪ ਦਾ ਸਾਖਸ਼ਾਤ ਨਹੀਂ ਹੁੰਦਾ, ਸਤੋ ਵਿੱਚ ਵੀ ਨਹੀਂ ਹੁੰਦਾ, ਪਰ ਸਤੋ ਗਿਆਨ ਦੇ ਨੇੜੇ ਹੁੰਦੀ ਹੈ। ਅੱਗੇ ਚੱਲ ਕੇ ਮਹਾਰਾਜ ਦਾ ਵਿਸਥਾਰ ਨਾਲ ਖੁਲਾਸਾ ਕਰਨਗੇ, ਕਿਉਂਕਿ ਇਹ ਜਿਹੜੇ ਪ੍ਰਕਰਨ ਹਨ ਨਾ ਆਤਮ ਗਿਆਨ ਦੇ, ਰੂਹਾਨੀਅਤ ਗਿਆਨ ਦੇ, ਇਹ ਬੜੇ ਡੂੰਘੇ ਅਤੇ ਸਮਾਂ ਮੰਗਦੇ ਹਨ। ਸੋ ਇਹ ਕੱਲ੍ਹ ਨੂੰ ਆਪਾਂ ਸਾਧ ਸੰਗਤ ਜੀ ਕਥਾ ਵਿਸਥਾਰ ਨਾਲ ਸਰਵਣ ਕਰਾਂਗੇ। ਅੱਜ ਮੰਗਲਵਾਰ ਦਾ ਦਿਹਾੜਾ, ਨਾਮ ਸਿਮਰਨ ਅਭਿਆਸ ਕਰੀਏ, ਗੁਰੂ ਪਿਆਰਿਆਂ ਕੋਲੋਂ ਨਾਮ ਨਾਲ ਜੁੜੀਏ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।